ਵਾਹਿਗੁਰੂ ਸਾਹਿਬ ਜੀ। ਦੰਡੋਤ ਬੰਦਨਨ ਕੁਵਾਰ ਸਰਵ ਕਲਾ ਸਮਰੱਥ ਮੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਅਗਮ ਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਬੇਸ਼ੁਮਾਰ ਅਥਾ ਗਣਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜਵਾਂ। ਘਰ ਪਹਿਲਾ। ਜਾਂ ਕੈ ਹਿਰਦੈ ਵਸਿਆ ਤੂੰ ਕਰਤੇ ਤਾਂ ਕੀਤੈ ਆਸ ਪੁਜਾਈ। ਦਾਸ ਆਪਣੇ ਕੋ ਤੂੰ ਵਿਸਰੈ ਨਾਈ ਚਰਨ ਧੂਰ ਮਨ ਭਾਈ। ਤੇਰੀ ਅਕਾਥ ਕਥਾ ਕਥਨ ਨਾ ਜਾਏ। ਗੁਣ ਨਿਧਾਨ ਸੁਖ ਦਾਤੇ ਸੁਆਮੀ ਸਭ ਤੇ ਊਚ ਵਡਾਈ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਗੁਰਬਾਣੀ ਦੀ ਜੋ ਲੜੀਵਾਰ ਕਥਾ ਇਸ ਪਾਵਨ ਅਸਥਾਨ 'ਤੇ ਚੱਲ ਰਹੀ ਹੈ, ਜਿਹਦੇ ਤਹਿਤ ਸੋਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਸੱਤ ਸ਼ਬਦ ਇਸ ਤੋਂ ਪਹਿਲਾਂ ਆਪ ਜੀ ਨੇ ਅੱਗੇ ਕਥਾ ਸੁਣੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸਮੇਂ ਜੋ ਬਖਸ਼ਿਸ਼ ਕਰ ਰਹੇ ਹਨ 610 ਔਰ 611 ਅੰਗ 'ਤੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮੁਖਾਤਬ ਹੋ ਕੇ ਮਹਾਰਾਜ ਬਾਣੀ ਉਚਾਰਨ ਕਰ ਰਹੇ ਨੇ। ਹੇ ਵਾਹਿਗੁਰੂ, ਤੇਰੀ ਮਹਿਮਾ ਅਪਰਮ ਅਪਾਰ ਹੈ। ਹੇ ਸੁਖਾਂ ਦੇ ਦਾਤੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ, ਤੇਰੀ ਵਡਿਆਈ ਸਭ ਤੋਂ ਵੱਡੀ ਹੈ, ਉੱਚੀ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਤੂੰ ਵਸਦਾ ਹੈ ਉਹਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ। ਉਹਦੀਆਂ ਸਾਰੀਆਂ ਇੱਛਾਵਾਂ ਤੂੰ ਪੂਰੀਆਂ ਕਰ ਦਿੰਦਾ ਹੈ। ਐਸੀ ਤੇਰੀ ਮਹਿਮਾ ਹੈ, ਐਸੀ ਤੇਰੀ ਵਡਿਆਈ ਹੈ। ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਹਨ ਪਾਵਨ ਬਾਣੀ ਦੁਆਰਾ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਗਰੀਬ ਨਵਾਜ ਫਰਮਾਨ ਕਰ ਰਹੇ ਹਨ। ਸੋਠ ਮਹੱਲਾ ਪੰਜਵਾਂ। ਘਰ ਪਹਿਲਾ। ਸੋਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਜੀ ਇਹ ਸ਼ਬਦ ਪਹਿਲੇ ਘਰ ਵਿੱਚ ਗਾਉਣ ਦਾ ਹੁਕਮ ਕਰ ਰਹੇ ਹਨ। ਜਾਂ ਕੈ ਹਿਰਦੈ ਵਸਿਆ ਤੂੰ ਕਰਤੇ ਤਾਂ ਕੀਤੈ ਆਸ ਪੁਜਾਈ। ਮਨੁੱਖ ਦੇ ਜੀਵਨ ਦੇ ਅੰਦਰ ਅਨੇਕ ਤਰ੍ਹਾਂ ਦੀਆਂ ਇੱਛਾਵਾਂ ਹਨ, ਅਨੇਕ ਤਰ੍ਹਾਂ ਦੀਆਂ ਆਸਾਂ ਹਨ, ਪਰ ਉਹ ਪੂਰੀਆਂ ਤਾਂ ਹੀ ਹੁੰਦੀਆਂ ਨੇ ਪੂਰੇ ਨਾਲ ਜੁੜ ਕਰਕੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜੇ ਤੂੰ ਚਾਹੁੰਦਾ ਹੈ ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣ
ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਹੋਰ ਕਿਸੇ ਵੀ ਯਤਨ ਨਾਲ ਮਨੁੱਖ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ। ਮਨੁੱਖ ਜਿੰਨਾ ਮਰਜ਼ੀ ਕੰਮ ਕਰ ਲਵੇ, ਜਿੰਨਾ ਮਰਜ਼ੀ ਕਾਰੋਬਾਰ ਕਰ ਲਵੇ, ਬਲਕਿ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਵੇ, 9 ਖੰਡ ਧਰਤੀ 9 ਖੰਡ ਇਹ ਸਾਰਾ ਮੰਨਿਆ ਗਿਆ ਹੈ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ। ਉਹ ਵੀ ਆਖਰ ਹਾਰ ਜਾਂਦਾ, ਕਿਉਂਕਿ ਇੱਛਾਵਾਂ ਰਹਿ ਜਾਂਦੀਆਂ ਨੇ। ਇੱਛਾ ਵੱਧਦੀ ਜਾਂਦੀ ਹੈ, ਇਹ ਇੱਛਾ ਹੋਰ ਹੋ ਜਾਵੇ ਪੂਰੀ, ਇਹ ਹੋ ਜਾਵੇ ਸਾਰੀ ਧਰਤੀ ਦਾ ਰਾਜ, ਫਿਰ ਬ੍ਰਹਮਪੁਰੀ ਇੰਦਰਪੁਰੀ ਦਾ ਰਾਜ। ਇਸ ਤਰ੍ਹਾਂ ਮਨੁੱਖ ਦੀ ਇੱਛਾ ਵਧੀ ਜਾਂਦੀ ਹੈ। ਵਾਹਿਗੁਰੂ ਦਾ ਨਾਮ ਐਸਾ ਹੈ ਜੋ ਮਨੁੱਖ ਦੀਆਂ ਸਾਰੀਆਂ ਇੱਛਾ ਪੂਰੀਆਂ ਕਰ ਦਿੰਦਾ ਹੈ। ਭਾਵ ਨਾਮ ਦੇ ਵਿੱਚੋਂ ਐਸਾ ਮਹਾਨ ਰਸ ਪ੍ਰਾਪਤ ਹੁੰਦਾ ਹੈ, ਹੋਰ ਕਿਸੇ ਚੀਜ਼ ਦੀ ਇੱਛਾ ਰਹਿ ਹੀ ਨਹੀਂ ਜਾਂਦੀ। ਜਿਵੇਂ ਆਪਾਂ ਵੇਖਦੇ ਹਾਂ, ਬੱਚਾ ਛੋਟਾ ਜਿਹਾ ਨਾ, ਉਹਨੂੰ ਜਿੰਨੇ ਮਰਜ਼ੀ ਖਿਡੌਣੇ ਦੇਈ ਜਾਓ ਦੇਈ ਜਾਓ, ਉਹਦੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ। ਪਰ ਉਹ ਬੱਚਾ ਜਿਵੇਂ ਜਿਵੇਂ ਵੱਡਾ ਹੁੰਦਾ ਹੈ, ਉਹਦੀਆਂ ਉਹ ਖਿਡੌਣਿਆਂ ਵਾਲੀਆਂ ਖੇਡਣ ਵਾਲੀਆਂ ਇੱਛਾਵਾਂ ਖਤਮ ਹੁੰਦੀਆਂ ਜਾਂਦੀਆਂ ਨੇ। ਵੱਡਾ ਹੋ ਗਿਆ, ਨੌਜਵਾਨ ਹੋ ਗਿਆ, ਹੁਣ ਉਹਦੇ ਅੱਗੇ ਉਹ ਖਿਡੌਣੇ ਲਿਆ ਕੇ ਰੱਖੋ ਤੇ ਉਹਨੂੰ ਆਖੋ ਲੈ ਤੂੰ ਇਹਨਾਂ ਨਾਲ ਖੇਡ। ਉਹ ਆਖੇਗਾ ਤੁਹਾਡਾ ਦਿਮਾਗ ਠੀਕ ਹੈ, ਮੈਂ ਹੁਣ ਵੱਡਾ ਹੋ ਗਿਆ ਹਾਂ, ਮੈਨੂੰ ਇਹਨਾਂ ਖਿਡੌਣਿਆਂ ਦੀ ਲੋੜ ਨਹੀਂ ਹੈ। ਮਾਂ ਪਿਓ ਕਹਿਣ ਤੂੰ ਛੋਟਾ ਹੁੰਦਾ ਬੜੇ ਚਾਅ ਨਾਲ ਬੜੇ ਪਿਆਰ ਨਾਲ ਖੇਡਦਾ ਸੀ, ਸਾਰਾ ਦਿਨ ਹੀ ਖੇਡਦਾ ਰਹਿੰਦਾ ਸੀ, ਹੁਣ ਕੀ ਹੋ ਗਿਆ ਹੈ? ਤਾਂ ਉਹ ਕਹੇਗਾ ਮੈਂ ਵੱਡਾ ਹੋ ਗਿਆ ਹਾਂ, ਹੁਣ ਮੈਨੂੰ ਇਹਨਾਂ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ ਜਦੋਂ ਕੋਈ ਬੰਦਗੀ ਕਰਦਾ ਹੈ, ਬੰਦਗੀ ਕਰਕੇ ਅੰਦਰੋਂ ਉਹ ਵੱਡਾ ਹੋ ਜਾਂਦਾ ਹੈ, ਤਾਂ ਇਹ ਜਿਹੜੇ ਦੁਨਿਆਵੀ ਪਦਾਰਥ ਵਾ ਇੰਦਰਪੁਰੀ ਪੁਰੀਆਂ ਦੇ ਪਦਾਰਥ, ਇਹਨਾਂ ਦੀ ਵੀ ਇੱਛਾ ਨਹੀਂ ਰਹਿ ਜਾਂਦੇ, ਇਹ ਛੋਟੇ ਖਿਡੌਣਿਆਂ ਦੀ ਤਰ੍ਹਾਂ ਬਣ ਕੇ ਰਹਿ ਜਾਂਦੇ ਨੇ। ਇਸ ਕਰਕੇ ਉਹ ਨਾਮ ਜਪਣ ਵਾਲਾ ਇਹਨਾਂ ਦੀ ਇੱਛਾ ਨਹੀਂ ਕਰਦਾ, ਕਿਉਂਕਿ ਹੁਣ ਉਹ ਅੰਦਰੋਂ ਵੱਡਾ ਹੋ ਗਿਆ ਨਾਮ ਜਪ ਕੇ। ਪਰ ਉਹ ਕੋਈ ਵਿਰਲਾ ਹੁੰਦਾ ਨਹੀਂ। ਤੇ ਆਪਾਂ ਵੇਖਦੇ ਹਾਂ ਸਾਰੀ ਉਮਰ ਆਪਾਂ ਕੀ ਮੰਗਦੇ ਹਾਂ, ਬਸ ਘਰ ਬਾਰ ਕੋਠੀ ਪੈਸਾ, ਇਹਨਾਂ ਚੀਜ਼ਾਂ ਦੀ ਮੰਗ ਚੱਲੀ ਜਾਂਦੀ ਹੈ। ਇਹਦਾ ਭਾਵ ਅਸੀਂ ਸਰੀਰ ਕਰਕੇ ਵੱਡੇ ਤਾਂ ਹੋ ਗਏ, ਪਰ ਉਮਰ ਕਰਕੇ ਅੰਦਰੋਂ ਅਸੀਂ ਬੱਚੇ ਹੀ ਹਾਂ। ਇਹ ਜਿਹੜੇ ਦੁਨੀਆ ਦੇ ਪਦਾਰਥ ਖਿਡੌਣਿਆਂ ਦੀ ਤਰ੍ਹਾਂ ਹਨ, ਆਪਾਂ ਉਹੀ ਮੰਗੀ ਜਾਂਦੇ ਹਾਂ ਸਾਰੀ ਉਮਰ। ਇੱਕ ਪੀਰੀਅਡ ਹੁੰਦਾ ਹੈ, ਉਹਦੇ ਵਿੱਚ ਮੰਗਿਆ ਜਾਵੇ ਕੋਈ ਗਲਤ ਗੱਲ ਨਹੀਂ ਹੈ। ਬੱਚੇ ਦੀ ਉਮਰ ਦਾ ਪੀਰੀਅਡ ਹੈ, ਉਹ ਬਚਪਨ ਵਿੱਚ ਹੈ। ਉਹ ਖਿਡੌਣੇ ਨਾ ਮੰਗੇ ਤਾਂ ਉਹਦੇ ਬਚਪਨ 'ਤੇ ਸ਼ੱਕ ਕੀਤਾ ਜਾ ਸਕਦਾ ਹੈ, ਬੱਚਾ ਠੀਕ ਨਹੀਂ ਹੈ ਦਿਮਾਗ ਤੌਰ 'ਤੇ, ਜੋ ਖਿਡੌਣਿਆਂ ਦੀ ਮੰਗ ਨਹੀਂ ਕਰ ਰਿਹਾ। ਉਹਦੀ ਉਮਰ ਹੈ, ਪਰ ਉਮਰ ਲੰਘਣ ਦੇ ਨਾਲ ਉਹ ਉਹਨਾਂ ਚੀਜ਼ਾਂ ਨੂੰ ਛੱਡ ਦਿੰਦਾ ਹੈ, ਉਹਨਾਂ ਦਾ ਤਿਆਗ ਕਰ ਦਿੰਦਾ ਹੈ। ਭਾਵੇਂ ਕੋਈ ਕਿੰਨਾ ਵੀ ਵਧੀਆ ਖਿਡੌਣਾ ਗਿਫਟ ਉਹਨੂੰ ਦੇਵੇ, ਉਹ ਆਖੇਗਾ ਤੁਹਾਡਾ ਦਿਮਾਗ ਠੀਕ ਹੈ, ਮੈਨੂੰ ਹੁਣ ਇਸ ਦੀ ਲੋੜ ਨਹੀਂ ਹੈ। ਪਰ ਧਰਮ ਦੀ ਦੁਨੀਆ ਵਿੱਚ ਮਨੁੱਖ ਸਾਰੀ ਉਮਰ ਬੱਚਾ ਹੀ ਰਹਿੰਦਾ ਹੈ ਤੇ ਇਹੀ ਮੰਗਦਾ ਹੈ ਵੀ ਵਧੀਆ ਕੋਠੀ, ਹੋਰ ਕੋਠੀਆਂ ਹੋ ਜਾਣ, ਗੱਡੀਆਂ ਹੋ ਜਾਣ। ਇਹ ਆਪਣੇ ਦੇਸ਼ ਵਿੱਚ ਨਹੀਂ ਤੇ ਬਾਹਰਲੇ ਦੇਸ਼ ਵਿੱਚ ਵੀ ਜਗ੍ਹਾ ਕੋਠੀ ਬਣਾ ਲਵਾਂ, ਹੋਰ ਦੇਸ਼ਾਂ ਵਿੱਚ ਵੀ ਜਗ੍ਹਾ ਲੈ ਲਵਾਂ। ਤੋ ਇਹ ਸਾਰੀ ਉਮਰ ਬੱਚਾ ਹੀ ਰਹਿੰਦਾ ਹੈ। ਤੇ ਤਾਂ ਹੀ ਮਹਾਰਾਜ ਨੇ ਬਾਣੀ ਵਿੱਚ ਆਖਿਆ ਮਨਮੁਖ ਬਾਲਕ ਬਿਰਧ ਸਮਾਨ ਹੈ। ਬਿਰਧ ਹੋ ਗਿਆ ਨਾ ਬੰਦਾ, ਜੇ ਨਾਮ ਨਹੀਂ ਜਪਿਆ, ਉਹਦੀਆਂ ਹਰਕਤਾਂ ਬੱਚਿਆਂ ਵਾਲੀਆਂ ਹੋ ਜਾਂਦੀਆਂ ਨੇ। ਜਿਵੇਂ ਬੱਚੇ ਮਾੜੀ ਮਾੜੀ ਗੱਲ 'ਤੇ ਨਾਰਾਜ਼ ਹੋ ਜਾਂਦੇ ਨੇ,
खुश हो जाते ने। बजुर्ग हो गया वो भी हुण बस इन्नी की गल ते ही रह गया है। महाराज कहते जिमें बालक ते बिरध ਉਹ ਅਵਸਥਾ ਹੈ, ਇਸੇ ਤਰ੍ਹਾਂ ਨਾਮ ਤੋਂ ਟੁੱਟਿਆ ਹੋਇਆ ਮਨੁੱਖ ਵੀ ਬਿਲਕੁਲ ਉਸੇ ਅਵਸਥਾ ਵਿੱਚ ਹੀ ਰਹਿੰਦਾ ਹੈ। ਜਾਂ ਉਹ ਬਾਲਕਾਂ ਵਾਲੀਆਂ ਹਰਕਤਾਂ ਕਰਦਾ ਹੈ ਤੇ ਜਾਂ ਬਜ਼ੁਰਗਾਂ ਦੀ ਤਰ੍ਹਾਂ ਖਿੱਝਦਾ ਹੈ। ਜਦੋਂ ਬਜ਼ੁਰਗ ਹੋ ਜਾਂਦਾ, ਕੋਈ ਗੱਲ ਨਾ ਮੰਨੇ, ਕੋਈ ਇਹਨੂੰ ਨਾ ਕੁਝ ਦੇਵੇ ਤਾਂ ਖਿੱਝਣ ਲੱਗ ਜਾਂਦਾ ਹੈ। ਤੋ ਮਨਮੁਖ ਬਾਲਕ ਬਿਰਧ ਸਮਾਨ ਹੈ। ਸਾਰੀ ਉਮਰ ਉਹੀ ਅਵਸਥਾ ਰਹੀ, ਕੋਈ ਫਰਕ ਨਹੀਂ ਪਿਆ। ਤੋ ਮਹਾਰਾਜ ਕਹਿੰਦੇ ਭਾਈ ਨਾਮ ਨਾਲ ਜੁੜੋ। ਨਾਮ ਹੀ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ। ਕਿਉਂਕਿ ਨਾਮ ਜਪ ਕੇ ਮਨੁੱਖ ਅੰਦਰੋਂ ਵੱਡਾ ਹੋ ਗਿਆ। ਹੁਣ ਉਹਨੂੰ ਦੁਨਿਆਵੀ ਪਦਾਰਥਾਂ ਦੇ ਰਸ ਦੀ ਇੱਛਾ ਹੀ ਨਹੀਂ ਰਹੀ। ਬੱਚਾ ਵੱਡਾ ਹੋ ਗਿਆ, ਖਿਡੌਣਿਆਂ ਨਾਲ ਖੇਡਣ ਦੀ ਉਹਦੀ ਇੱਛਾ ਹੀ ਨਹੀਂ ਰਹੀ। ਤ੍ਰਿਪਤ ਹੋ ਗਿਆ। ਜਾਂ ਕੈ ਹਿਰਦੈ ਵਸਿਆ ਤੂੰ ਕਰਤੇ, ਤਾਗੀ ਤੈ ਆਸ ਪੁਜਾਈ। ਹੇ ਵਾਹਿਗੁਰੂ ਕਰਤੇ ਅਕਾਲ ਪੁਰਖ ਵਾਹਿਗੁਰੂ, ਜਿਹਦੇ ਹਿਰਦੇ ਵਿੱਚ ਤੂੰ ਵਸਿਆ ਹੈ ਉਹਦੀਆਂ ਤੂੰ ਆਸਾਂ ਪੂਰੀਆਂ ਕਰ ਦਿੱਤੀਆਂ। ਉਹਦੀ ਕੋਈ ਇੱਛਾ ਅਧੂਰੀ ਨਹੀਂ ਰਹਿੰਦੀ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਦਾਸ ਆਪਣੇ ਕੋ ਤੂੰ ਵਿਸਰੈ ਨਾਹੀ, ਚਰਨ ਧੂਰ ਮਨ ਭਾਈ। ਜਿਹੜਾ ਤੇਰਾ ਦਾਸ ਬਣ ਗਿਆ ਉਹਨੂੰ ਰੱਬ ਕਦੇ ਵੀ ਵਿਸਰਦਾ ਨਹੀਂ ਹੈ। ਪਰਮਾਤਮਾ ਆਪ ਬਖਸ਼ਿਸ਼ ਕਰਕੇ ਉਹਦੇ ਤੋਂ ਆਪਣਾ ਨਾਮ ਜਪਾ ਲੈਂਦਾ ਹੈ। ਉਸ ਸੇਵਕ ਦੇ ਮਨ ਵਿੱਚ ਵਾਹਿਗੁਰੂ ਦੇ ਚਰਨਾਂ ਦੀ ਧੂੜੀ ਭਾਵਦੀ ਭਾਵ ਬੜੀ ਨਿਮਰਤਾ ਨਾਲ ਵਾਹਿਗੁਰੂ ਦੀ ਓਟ ਵਿੱਚ ਰਹਿ ਕੇ ਬੰਦਗੀ ਕਰਦਾ ਹੈ। ਤੇਰੀ ਅਕਥ ਕਥਾ ਕਥਨ ਨਾ ਜਾਈ। ਇਹ ਵਾਹਿਗੁਰੂ ਤੇਰੀ ਜਿਹੜੀ ਕਥਾ ਹੈ, ਸਿਫਤ ਹੈ, ਮਹਿਮਾ ਹੈ, ਉਹ ਅਕਥ ਹੈ, ਜਿਸ ਨੂੰ ਕਥਿਆ ਨਾ ਜਾ ਸਕੇ, ਜਿਹਦਾ ਕੋਈ ਥਹੁ ਨਾ ਲਿਆ ਜਾ ਸਕੇ। ਉਹਨੂੰ ਕਹਿੰਦੇ ਕਥਾ, ਭਾਵ ਜਿਹਦਾ ਕੋਈ ਥਾ ਨਹੀਂ ਹੈ, ਅੰਤ ਨਹੀਂ ਹੈ। ਗੁਣ ਨਿਧਾਨ ਸੁਖਦਾ ਤੇ ਸੁਆਮੀ, ਸਭ ਤੇ ਊਜ ਵਡਾਈ ਰਹਾਓ। ਗੁਣਾਂ ਦਾ ਤੂੰ ਨਿਧਾਨ ਖਜ਼ਾਨਾ ਹੈ, ਸੁਖਾਂ ਦਾ ਦਾਤਾ ਹੈ, ਸੁਆਮੀ ਹੈ। ਹੇ ਵਾਹਿਗੁਰੂ ਤੇਰੀ ਵਡਿਆਈ ਸਭ ਤੋਂ ਵੱਡੀ ਹੈ। ਜਿਵੇਂ ਭਗਤ ਨਾਮਦੇਵ ਜੀ ਫਰਮਾਨ ਕਰਦੇ ਨੇ, ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤੈ ਨਿਤ ਕੀਜੈ, ਆਤਮ ਜੋ ਨਿਰਮਾਇਲ ਕੀਜੈ। ਕਹਿੰਦੇ ਇੰਨੇ ਮਨੁੱਖ ਦਾਨ ਕਰੇ, ਵੱਡੇ ਵੱਡੇ ਦਾਨਾਂ ਦਾ ਜ਼ਿਕਰ ਕਰਕੇ ਕਹਿੰਦੇ ਰਾਮ ਨਾਮ ਸਰ ਤਉ ਨਾ ਪੂਜੈ। ਜਿਹੜਾ ਵਾਹਿਗੁਰੂ ਦਾ ਨਾਮ ਜਪਣਾ ਹੈ, ਕੋਈ ਵੀ ਦਾਨ, ਕੋਈ ਵੀ ਚੰਗਾ ਸ਼ੁਭ ਕਰਮ, ਉਹ ਵਾਹਿਗੁਰੂ ਦੇ ਨਾਮ ਜਪਣ ਦੀ ਬਰਾਬਰੀ ਨਹੀਂ ਕਰ ਸਕਦਾ। ਵਾਹਿਗੁਰੂ ਦੇ ਨਾਮ ਦਾ ਮਹਾਤਮ ਸਭ ਤੋਂ ਵੱਡਾ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਕਰਮ ਧਰਮ ਨੇਮ ਬ੍ਰਤ ਪੂਜਾ, ਪਾਰ ਬ੍ਰਹਮ ਬਿਨ ਜਾਣ ਨਾ ਦੂਜਾ। ਇਸੇ ਕਰਕੇ ਪਾਤਸ਼ਾਹ ਜੀ ਨੇ ਸਾਨੂੰ ਨਾਮ ਜਪਣ ਵਾਸਤੇ ਆਖਿਆ। ਨਾਮ ਜਪਣਾ ਬਹੁਤ ਲਾਜ਼ਮੀ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੀ ਤੁਮ ਲਿਖ ਪਾਈ। ਜਿਹੜਾ ਗੁਰਮੁਖ ਨਾਮ ਜਪਣ ਵਿੱਚ ਲੱਗਾ ਹੈ, ਉਹ ਦੂਜੇ ਦੇ ਮਾੜੇ ਕਰਮਾਂ ਨੂੰ ਵੇਖ ਕੇ ਉਹਦੇ ਨਾਲ ਘਿਰਣਾ ਨਹੀਂ ਕਰਦਾ। ਉਹ ਕਹਿੰਦਾ ਵਾਹਿਗੁਰੂ ਜਿਸ ਤਰ੍ਹਾਂ ਦੀ ਤੂੰ ਜੀਵਾਂ ਦੇ ਮਸਤਕ 'ਤੇ ਕਰਮ ਲੇਖਾ ਲਿਖੀ ਹੈ, ਜੀਵ ਉਸੇ ਤਰ੍ਹਾਂ ਹੀ ਕਰਮ ਕਰਦੇ ਨੇ, ਪ੍ਰੇਰੇ ਹੋਏ ਜਿਵੇਂ ਜਿਵੇਂ ਵਾਹਿਗੁਰੂ ਦਾ ਹੁਕਮ ਹੁੰਦਾ ਹੈ। ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੀ ਤੁਮ ਲਿਖ ਪਾਈ। ਜਿਸ ਤਰ੍ਹਾਂ ਦਾ ਤੂੰ ਲੇਖ ਲਿਖ ਦਿੱਤਾ ਹੈ ਮਸਤਕ ਦੇ ਉੱਪਰ, ਜੀਵ ਉਸੇ ਤਰ੍ਹਾਂ ਹੀ ਕਿਰਕਾਰ ਵਿਹਾਰ ਕਿਰਤ ਕਰਮ ਕਰਦੇ ਨੇ। ਗੁਣ ਨਿਧਾਨ ਸੁਖ ਦਾਤੇ ਸੁਆਮੀ, ਸਭ ਤੇ ਉੱਚ ਵਡਾਈ। ਵਾਹਿਗੁਰੂ ਸੇਵਕ ਕੋ ਤੁਮ ਸੇਵਾ ਦੀਨੀ, ਦਰਸ਼ਨ ਦੇਖ ਅਗਾਈ।
ਜਿਹੜੇ ਤੇਰੇ ਸੇਵਕ ਨੇ ਉਹਨਾਂ ਨੂੰ ਤੂੰ ਆਪਣੀ ਸੇਵਾ ਦੇ ਦਿੰਦਾ ਹੈ। ਇਹ ਵੀ ਵਾਹਿਗੁਰੂ ਕਰਮਾਂ ਮਤਸਕ ਦੇ ਵਿੱਚ ਲਿਖ ਦਿੰਦਾ ਹੈ। ਜੀਵ ਦੇ ਸੁਭਾਅ ਨੂੰ ਵੇਖ ਕੇ, ਉਹਦੇ ਗੁਣਾਂ ਨੂੰ, ਉਹਦੀ ਕੁਆਲਿਟੀ ਨੂੰ ਵੇਖ ਕੇ ਵਾਹਿਗੁਰੂ ਮਸਤਕ ਦੇ ਉੱਪਰ ਲਿਖ ਦਿੰਦਾ ਵੀ ਇਹ ਹੁਣ ਇਹ ਸੇਵਾ ਕਰ ਸਕਦਾ ਹੈ। ਜਿਵੇਂ ਆਪਾਂ ਵੇਖਦੇ ਹਾਂ ਸਰਕਾਰ ਜਿਹੜਾ ਹੈ ਮੁਲਾਜ਼ਮ ਭਰਤੀ ਕਰਦੀ ਹੈ, ਕੋਈ ਪਟਵਾਰੀ ਬਣਦਾ ਹੈ, ਕੋਈ ਜੱਜ ਬਣਦਾ ਹੈ, ਕੋਈ ਫੌਜ ਵਿੱਚ ਭਰਤੀ ਹੁੰਦਾ ਹੈ, ਕੋਈ ਪੁਲਿਸ ਵਿੱਚ, ਕੋਈ ਬੈਂਕ ਵਿੱਚ ਲੱਗਦਾ ਹੈ, ਕੋਈ ਡਾਕਟਰ ਬਣਦਾ ਹੈ। ਕਿੰਨੇ ਮਹਿਕਮੇ ਨੇ। ਸਕੂਲਾਂ ਦੇ ਵਿੱਚ ਟੀਚਰ, ਪ੍ਰਿੰਸੀਪਲ, ਪ੍ਰੋਫੈਸਰ ਭਰਤੀ ਹੁੰਦੇ ਨੇ, ਚਪੜਾਸੀ ਵੀ ਭਰਤੀ ਹੁੰਦੇ ਨੇ। ਉਹ ਜਿਸ ਤਰ੍ਹਾਂ ਦੀ ਕਿਸੇ ਦੀ ਕੁਆਲਿਟੀ ਹੈ, ਜਿੰਨੀ ਕਿਸੇ ਕੋਲ, ਜਿੰਨੀ ਕਿਸੇ ਨੇ ਸਾਧਨਾ ਕੀਤੀ ਹੈ, ਉਸ ਤਰ੍ਹਾਂ ਦਾ ਉਹ ਸਰਕਾਰ ਉਹਨੂੰ ਰੁਤਬਾ ਦੇ ਦਿੰਦੀ ਹੈ। ਤੇ ਆਪਾਂ ਵੇਖਦੇ ਹਾਂ ਕਿ ਉਹ ਵੀ ਹਨ ਜਿਹੜੇ ਜੇਲ੍ਹ ਖਾਨਿਆਂ ਦੇ ਵਿੱਚ ਕੈਦੀਆਂ ਵਾਸਤੇ ਰੋਟੀ ਪਾਣੀ ਬਣਾਉਂਦੇ ਨੇ, ਉਹਨਾਂ ਦੀ ਡਿਊਟੀ ਉੱਥੇ ਲੱਗੀ ਹੈ। ਜਿਹੜੇ ਜਲਾਦ ਨੇ ਉਹ ਫਾਂਸੀ ਦੇਣ ਦਾ ਕੰਮ ਕਰਦੇ ਨੇ। ਤੋ ਜਿਸ ਤਰ੍ਹਾਂ ਦਾ ਕਿਸੇ ਦਾ ਕਰਮ ਹੁੰਦਾ ਹੈ, ਉਸ ਪਾਸੇ ਉਹ ਸੱਚੀ ਸਰਕਾਰ ਵਾਹਿਗੁਰੂ ਜੀਵ ਨੂੰ ਲਾ ਦਿੰਦੀ ਹੈ। ਮਹਾਰਾਜ ਕਹਿੰਦੇ ਜਿਹੜੇ ਸੇਵਕ ਸੇਵਾ ਕਰਦੇ ਨੇ, ਇਹ ਸੇਵਾ ਵੀ ਉਹਨੇ ਆਪ ਬਖਸ਼ਿਸ਼ ਕਰਕੇ ਦਿੱਤੀ, ਰਹਿਮਤ ਕਰਕੇ ਦਿੱਤੀ ਹੈ। ਸਰਬ ਨਿਰੰਤਰ ਤੁਮੈ ਸੰਭਾਲੇ, ਜਾ ਕੋ ਤੁਧ ਆਪ ਬੁਝਾਈ। ਤੂੰ ਸਾਰਿਆਂ ਦੇ ਵਿੱਚ ਸਰਬ ਨਿਰੰਤਰ। ਨਿਰੰਤਰ ਦਾ ਅਰਥ ਦੋ ਸ਼ਬਦਾਂ ਦੇ ਜੋੜ ਨਾਲ ਇਹ ਸ਼ਬਦ ਬਣਿਆ ਨਿਰੰਤਰ। ਇਹਦਾ ਅਰਥ ਹੈ ਨਿਰਅੰਤਰ। ਅੰਤਰ ਦਾ ਅਰਥ ਹੈ ਫਰਕ। ਵਾਹਿਗੁਰੂ ਬਿਨਾਂ ਫਰਕ ਦੇ ਸਾਰਿਆਂ ਦੇ ਵਿੱਚ ਬਰਾਬਰ ਵਰਤ ਰਿਹਾ ਹੈ, ਭਾਵੇਂ ਕੋਈ ਪਾਪੀ ਹੈ, ਪੁੰਨੀ ਹੈ। ਸਰਬ ਭਾਵ ਸਾਰਿਆਂ ਦੇ ਵਿੱਚ, ਨਿਰੰਤਰ ਇੱਕ ਰਸ ਬਿਨਾਂ ਫਰਕ ਦੇ। ਤੁਮੈ ਸਮਾਨੇ, ਤੂੰ ਸਾਰਿਆਂ ਵਿੱਚ ਸਮਾਨ ਹੋ ਕੇ ਵਰਤ ਰਿਹਾ ਹੈ। ਜਾ ਕੋ ਤੁਧ ਆਪ ਬੁਝਾਈ, ਪਰ ਇਹ ਸਮਝ ਕਿਹਨੂੰ ਆਉਂਦੀ ਹੈ? ਜਿਹਨੂੰ ਆਪ ਸੋਝੀ ਦੇ ਦੇਵੇਂ ਕਿ ਵਾਹਿਗੁਰੂ ਸਾਰਿਆਂ ਦੇ ਅੰਦਰ ਬਰਾਬਰ ਹੀ ਉਹਦੀ ਜੋਤ ਵਰਤ ਰਹੀ ਹੈ। ਗੁਰ ਪ੍ਰਸਾਦ ਮਿਟਿਓ ਅਗਿਆਨਾ, ਪ੍ਰਗਟ ਭਏ ਸਭ ਠਾਈ। ਸੋਝੀ ਕਿਵੇਂ ਦਿੰਦਾ ਹੈ ਵਾਹਿਗੁਰੂ? ਜਿਸ ਨੂੰ ਸੋਝੀ ਦਿੰਦਾ ਉਹਨੂੰ ਸੱਚੇ ਗੁਰੂ ਦੇ ਲੜ ਲਾ ਦਿੰਦਾ ਹੈ, ਕਿਉਂਕਿ ਸੱਚੇ ਗੁਰੂ ਦੁਆਰਾ ਹੀ ਇਹ ਸੋਝੀ ਮਿਲਦੀ ਹੈ। ਜਿਸ ਨੂੰ ਵਾਹਿਗੁਰੂ ਨੇ ਸੋਝੀ ਦੇਣੀ ਹੁੰਦੀ ਹੈ, ਉਹਨੂੰ ਸੱਚੇ ਗੁਰੂ ਦੇ ਨਾਲ ਜੋੜ ਦਿੰਦਾ ਹੈ। ਇੱਥੇ ਫਿਰ ਇੱਕ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਵਾਹਿਗੁਰੂ ਸਾਡੇ 'ਤੇ ਕਿਰਪਾ ਕਰੇਗਾ, ਸਾਨੂੰ ਸੱਚੇ ਗੁਰੂ ਨਾਲ ਮਿਲਾਵੇਗਾ, ਮਿਲ ਜਾਵਾਂਗੇ। ਅਸਲ ਵਿੱਚ ਵਾਹਿਗੁਰੂ ਨੇ ਤਾਂ ਕਿਰਪਾ ਕੀਤੀ ਹੋਈ ਹੈ, ਤੇ ਆਪਾਂ ਉਸ ਕਿਰਪਾ ਨੂੰ ਸੰਭਾਲ ਕੇ ਗੁਰੂ ਦੇ ਨੇੜੇ ਹੋਣਾ ਹੈ। ਜਿਵੇਂ ਬੱਚੇ ਨੂੰ ਹੱਥ ਪੈਰ ਸਰੀਰ ਅਕਾਲ ਪੁਰਖ ਵਾਹਿਗੁਰੂ ਨੇ ਦਿੱਤਾ ਹੈ, ਪੜ੍ਹਾਈ ਕਰਨਾ ਉਹਦਾ ਫਰਜ਼ ਹੈ, ਕੋਈ ਗੁਣ ਸਿੱਖਣਾ ਉਹਦਾ ਫਰਜ਼ ਹੈ। ਇਹਨਾਂ ਹੱਥਾਂ ਪੈਰਾਂ ਨੂੰ, ਦਿਲ ਦਿਮਾਗ ਨੂੰ ਵਰਤਣਾ, ਸਹੀ ਪਾਸੇ ਲਾਉਣਾ ਉਹਦਾ ਹਰ ਇੱਕ ਮਨੁੱਖ ਦਾ ਫਰਜ਼ ਹੈ। ਤੇ ਜਦੋਂ ਮਨੁੱਖ ਇਹਨੂੰ ਸਹੀ ਪਾਸੇ ਲਾ ਕੇ ਰੱਖੇਗਾ ਤਾਂ ਉਹ ਵਾਹਿਗੁਰੂ ਫਿਰ ਅੱਗੇ ਹੋਰ ਵਿਧੀ ਬਣਾ ਦਿੰਦਾ ਹੈ, ਇਹਦੀ ਤਰੱਕੀ ਦੇ, ਕਾਮਯਾਬੀ ਦੇ ਰਸਤੇ ਖੋਲ੍ਹ ਦਿੰਦਾ ਹੈ, ਮਾਰਗ ਖੋਲ੍ਹ ਦਿੰਦਾ ਹੈ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜਦੋਂ ਕੋਈ ਸ਼ੁਭ ਮਾਰਗ 'ਤੇ ਚੱਲਦਾ ਉਹਨੂੰ ਪੂਰਾ ਗੁਰੂ ਮਿਲਾ ਦਿੰਦਾ ਹੈ। ਕਿਉਂਕਿ ਜਦੋਂ ਆਪਾਂ ਕਿਸੇ ਵੀ ਚੀਜ਼ ਦੀ ਖੋਜ ਕਰਨ ਚੱਲਾਂਗੇ ਨਾ, ਵਾਹਿਗੁਰੂ ਦਾ ਨਿਯਮ ਬਣਾਇਆ ਹੋਇਆ, ਤੁਸੀਂ ਕੁਝ ਵੀ ਖੋਜਣ ਤੁਰ ਪਓ ਤੁਹਾਨੂੰ ਮਿਲ ਜਾਵੇਗਾ। ਬਾਜ਼ਾਰ ਵਿੱਚ ਕੁਝ ਵੀ ਲੈਣ ਆਓ ਤੁਹਾਨੂੰ ਮਿਲ ਜਾਵੇਗਾ, ਖੋਜ ਕਰਨੀ ਪਵੇਗੀ। ਕੋਈ ਕੱਪੜਾ ਲੈਣ ਆਉਂਦਾ, ਕੋਈ ਸਬਜ਼ੀ ਭਾਜੀ, ਕੋਈ ਸੌਦਾ ਪਤਾ, ਖੰਡ ਪੱਤੀ ਲੈਣ ਆਉਂਦਾ, ਕੋਈ ਹੋਰ ਕੋਈ
ਸੋਨਾ ਚਾਂਦੀ ਲੈਣ ਆਉਂਦਾ ਹੈ। ਭਾਵ ਜਿਸ ਤਰ੍ਹਾਂ ਦਾ ਕੋਈ ਤੁਰਦਾ ਹੈ ਮਨ ਬਣਾ ਕੇ ਵੀ ਇਹ ਚੀਜ਼ ਮੈਂ ਲੈ ਕੇ ਆਉਣੀ ਹੈ, ਉਹ ਲੈ ਕੇ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਨੂੰ ਮਿਲਣਾ ਚਾਹੁੰਦਾ ਹੈ, ਮਾਰਗ 'ਤੇ ਚੱਲਦਾ ਹੈ, ਵਾਹਿਗੁਰੂ ਉਹਦੇ 'ਤੇ ਕਿਰਪਾ ਕਰਦਾ। ਉਹਦਾ ਵਿਧੀ ਦਾ ਵਿਧਾਨ ਐਸਾ ਬਣਾਇਆ ਹੋਇਆ, ਤੁਸੀਂ ਚੱਲ ਪਵੋ, ਖੋਜ ਕਰਨ ਲੱਗ ਜਾਵੋ, ਇੱਕ ਨਾ ਇੱਕ ਦਿਨ ਕਾਮਯਾਬ ਜ਼ਰੂਰ ਹੋਵੋਗੇ, ਸਫਲ ਜ਼ਰੂਰ ਹੋਵੋਗੇ। ਜਿਵੇਂ ਆਪਾਂ ਅੱਗੇ ਵੀ ਇੱਕ ਦਿਨ ਸਾਂਝ ਪਾਈ ਸੀ, ਬੱਚੇ ਨੂੰ ਨਾ ਤਾਂ ਪੈਨਸ਼ਨ ਪਕੜਨੀ ਆਉਂਦੀ ਹੈ, ਨਾ ਉਹਨੂੰ ਪਤਾ ਕਾਪੀ ਪੁੱਠੀ ਹੈ ਕਿ ਸਿੱਧੀ ਹੈ, ਪਰ ਉਹ ਬੱਚਾ ਸਕੂਲ ਵਿੱਚ ਜਾਣ ਲੱਗ ਪਿਆ। ਇੱਕ ਦਿਨ, 2 ਦਿਨ, ਜਿਵੇਂ ਜਿਵੇਂ ਦਿਨ ਲੰਘੇ ਟੀਚਰਾਂ ਨੇ ਉਹਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ। ਉਹੀ ਬੱਚਾ ਜਿਹਨੂੰ ਪਤਾ ਨਹੀਂ ਹੈ ਵੀ ਇਹ ਕਿਤਾਬ ਦਾ ਪੁੱਠਾ ਪਾਸਾ ਕਿਹੜਾ ਹੈ, ਸਿੱਧਾ ਪਾਸਾ ਕਿਹੜਾ ਹੈ, ਕਲਮ ਪੈਨ ਦਾ ਸਿੱਧਾ ਪੁੱਠਾ ਪਾਸਾ ਕਿਹੜਾ, ਉਹਨੂੰ ਨਹੀਂ ਪਤਾ, ਪਰ ਸਮਾਂ ਲੱਗਦਾ, ਫਿਰ ਉਹਨੂੰ ਪਤਾ ਲੱਗ ਜਾਂਦਾ ਹੈ, ਫਿਰ ਉਹ ਸਮਝ ਪੜ੍ਹਨ ਲੱਗ ਜਾਂਦਾ ਹੈ। ਕੁਝ ਵੀ ਨਹੀਂ ਆਉਂਦਾ ਮਨੁੱਖ ਨੂੰ, ਪਰ ਉਹ ਤੁਰ ਪਵੇ ਖੋਜ ਕਰਨ ਤਾਂ ਇੱਕ ਦਿਨ ਜ਼ਰੂਰ ਉਹਨੂੰ ਸਫਲਤਾ ਪ੍ਰਾਪਤ ਹੋ ਜਾਂਦੀ ਹੈ। ਪਾਤਸ਼ਾਹ ਫਰਮਾਨ ਕਰਦੇ ਨੇ, ਗੁਰ ਪ੍ਰਸਾਦ ਮਿਟਿਓ ਅਗਿਆਨਾ, ਪ੍ਰਗਟ ਭਏ ਸਭ ਠਾਈ। ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਅੰਦਰੋਂ ਅਗਿਆਨ ਮਿਟ ਜਾਂਦਾ ਹੈ ਅਤੇ ਉਹ ਗੁਰੂ ਦੀ ਕਿਰਪਾ ਨਾਲ ਦੁਨੀਆ ਵਿੱਚ ਪ੍ਰਗਟ ਹੋ ਜਾਂਦੇ ਨੇ। ਸੋਈ ਗਿਆਨੀ, ਸੋਈ ਧਿਆਨੀ, ਸੋਈ ਪੁਰਖ ਸੋ ਭਾਈ। ਉਹੀ ਅਸਲ ਵਿੱਚ ਗਿਆਨਵਾਨ ਤਤ ਗਿਆਨੀ ਹੈ, ਉਹੀ ਅਸਲ ਵਿੱਚ ਸੁਰਤ ਜੋੜਨ ਵਾਲਾ ਧਿਆਨੀ ਹੈ, ਉਹੀ ਸ੍ਰੇਸ਼ਟ ਪੁਰਖ ਸ੍ਰੇਸ਼ਟ ਪ੍ਰੇਮ ਵਾਲਾ ਹੈ। ਕਹੋ ਨਾਨਕ ਜਿਸ ਭਏ ਦਿਆਲਾ, ਤਾਂ ਕੋ ਮਨ ਤੇ ਵਿਸਰ ਨਾ ਜਾਈ। ਕਿ ਜਿਹਦੇ ਤੇ ਵਾਹਿਗੁਰੂ ਦਿਆਲੂ ਹੋ ਗਿਆ ਹੈ ਤੇ ਜਿਹਦੇ ਮਨ ਤੋਂ ਕਦੇ ਵਿਸਰਦਾ ਨਹੀਂ, ਅਸਲ ਵਿੱਚ ਉਹੀ ਗਿਆਨੀ ਹੈ, ਉਹੀ ਸੁਰਤ ਜੋੜਨ ਵਾਲਾ ਹੈ, ਉਹੀ ਸ੍ਰੇਸ਼ਟ ਮਨੁੱਖ ਹੈ ਜਿਹਦੇ ਤੇ ਵਾਹਿਗੁਰੂ ਦਿਆਲੂ ਹੋਏ ਨੇ। ਵਾਹਿਗੁਰੂ ਦਿਆਲੂ ਕਿਵੇਂ ਹੁੰਦਾ ਹੈ? ਜਦੋਂ ਆਪਾਂ ਉਹਦੇ ਦਿੱਤੇ ਹੋਏ ਇਸ ਸਰੀਰ ਨੂੰ ਸਹੀ ਤਰੀਕੇ ਨਾਲ ਵਰਤਣ ਲੱਗ ਜਾਵਾਂਗੇ, ਇਹਦੇ ਨਾਲ ਸ਼ੁਭ ਕਰਮ ਕਰਾਂਗੇ, ਬੰਦਗੀ ਕਰਾਂਗੇ, ਨਾਮ ਜਪਾਂਗੇ, ਤਾਂ ਉਹ ਵਾਹਿਗੁਰੂ ਦੀ ਹੋਰ ਬਖਸ਼ਿਸ਼ ਹੁੰਦੀ ਹੈ। ਸੋਠ ਮਹੱਲਾ ਪੰਜਵਾਂ। ਅਗਲੇਰਾ ਸ਼ਬਦ ਮਹਾਰਾਜ ਫਰਮਾਨ ਕਰ ਰਹੇ ਨੇ, ਸਗਲ ਸਮਗਰੀ ਮੋਹ ਵਿਆਪੀ, ਕਬ ਉੱਚੇ ਕਬ ਨੀਚੇ। ਪਰ ਜਿਹੜੀ ਉੱਪਰ ਅਵਸਥਾ ਦੱਸੀ ਮਹਾਰਾਜ ਕਹਿੰਦੇ ਉਹ ਬੜੀ ਪ੍ਰਾਪਤ ਔਖੀ ਹੁੰਦੀ ਹੈ, ਕਿਉਂਕਿ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਮਾਇਆ ਦੇ ਮੋਹ ਵਿੱਚ ਵਿਆਪਤ ਹੋ ਰਹੀ ਹੈ। ਇਸ ਕਰਕੇ ਕਦੇ ਤਾਂ ਮਨੁੱਖ ਬੜਾ ਉੱਚਾ ਸੋਚਦਾ ਹੈ, ਕਦੇ ਬੜਾ ਨੀਵਾਂ ਚਲਾ ਜਾਂਦਾ ਹੈ। ਬਿਰਤੀ ਜਿਹੜੀ ਹੈ ਸਾਡੀ ਇਹ ਬਦਲਦੀ ਰਹਿੰਦੀ ਹੈ, ਕਦੇ ਉੱਚੀ ਹੋ ਗਈ, ਕਦੇ ਨੀਵੀਂ ਹੋ ਗਈ। ਸੁਧ ਨਾ ਹੋਈਐ ਕਾਹੂ ਜਤਨਾ, ਓੜਕ ਕੋ ਨਾ ਪਹੁੰਚੇ। ਤੇ ਜਦੋਂ ਤੱਕ ਮਨੁੱਖ ਗੁਰੂ ਦੀ ਮੱਤ ਨਹੀਂ ਲੈਂਦਾ, ਇਹ ਸ਼ੁੱਧ ਨਹੀਂ ਹੁੰਦਾ, ਨਾ ਤਨ ਕਰਕੇ ਸ਼ੁੱਧ, ਨਾ ਮਨ ਕਰਕੇ ਸ਼ੁੱਧ। ਤੇ ਜਦੋਂ ਤੱਕ ਇਹਦਾ ਤਨ ਮਨ ਸ਼ੁੱਧ ਨਹੀਂ ਹੁੰਦਾ, ਇਹ ਵਾਹਿਗੁਰੂ ਤੱਕ ਆਪਣੀ ਅਖੀਰਲੀ ਮੰਜ਼ਿਲ ਜੋ ਵਾਹਿਗੁਰੂ ਦੀ ਪ੍ਰਾਪਤੀ ਹੈ ਉੱਥੇ ਨਹੀਂ ਪਹੁੰਚ ਸਕਦਾ। ਉੱਥੇ ਪਹੁੰਚਣ ਦੀ ਕੰਡੀਸ਼ਨ ਇਹੀ ਹੈ, ਤੇਰਾ ਤਨ ਤੇਰਾ ਮਨ ਸ਼ੁੱਧ ਹੋਣਾ ਚਾਹੀਦਾ ਹੈ। ਤਨ ਦੀ ਸ਼ੁੱਧੀ, ਮਨ ਦੀ ਸ਼ੁੱਧੀ, ਆਪਾਂ ਇਹ ਅੱਗੇ ਵੀ ਸਾਂਝ ਪਾਈ ਹੈ। ਤਨ ਦੀ ਸ਼ੁੱਧੀ, ਤਨ ਸਾਰਾ ਹੀ ਸ਼ੁਭ ਕਰਮ ਕਰਨ ਲੱਗ ਪਿਆ। ਅੱਖਾਂ ਮਾੜਾ ਦੇਖਣ ਨਾ, ਕੰਨ ਮਾੜਾ ਸੁਣਨ ਨਾ, ਰਸਨਾ ਮਾੜਾ ਬੋਲੇ ਨਾ, ਹੱਥ ਮਾੜਾ ਕਰਨ ਨਾ, ਪੈਰ ਮਾੜੇ ਪਾਸੇ ਚੱਲ ਕੇ ਜਾਣ ਨਾ। ਔਰ ਇਸੇ ਤਰ੍ਹਾਂ ਮਨ ਦੀ ਜਿਹੜੀ ਸ਼ੁੱਧੀ ਹੈ, ਮਨ ਵਿੱਚ ਕੋਈ ਮਲੀਨ ਫੁਰਨਾ ਨਾ ਪੈਦਾ ਹੋਵੇ। ਤਨ ਦੀ ਸ਼ੁੱਧੀ, ਮਨ ਦੀ ਸ਼ੁੱਧੀ ਦੋਵੇਂ ਤੋਂ ਮਹਾਰਾਜ ਕਹਿੰਦੇ ਫਿਰ ਇਹ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਜਦੋਂ ਤੱਕ ਹੋਰ ਯਤਨ ਕਰੇਗਾ ਕਦੇ ਵੀ ਸ਼ੁੱਧ ਨਹੀਂ ਹੋਵੇਗਾ। ਇੱਕ ਨਾਮ ਐਸਾ ਹੈ ਜੋ ਸਾਡੇ ਤਨ ਨੂੰ ਵੀ ਮਨ ਨੂੰ ਵੀ ਸ਼ੁੱਧ ਕਰ ਦਿੰਦਾ ਹੈ। ਮੇਰੇ ਮਨ ਸਾਧ ਸ਼ਰਨ ਛੁਟਕਾਰਾ। ਇਹ ਮੇਰੇ ਮਨ ਗੁਰੂ ਦੀ ਸ਼ਰਨ ਵਿੱਚ ਪਿਆ ਹੀ ਛੁਟਕਾਰਾ ਹੁੰਦਾ ਹੈ, ਭਾਵ ਵਿਕਾਰਾਂ ਤੋਂ ਜੀਵ ਮੁਕਤ ਹੁੰਦਾ ਹੈ। ਇਹ ਵਿਕਾਰ
ਜੋ ਸਾਡੇ ਤਨ ਦੇ ਇੰਦਰੀਆਂ ਵਿੱਚ ਵੀ ਸਾਡੇ ਮਨ ਤੇ ਹਾਵੀ ਹਨ। ਗੁਰੂ ਦੀ ਕਿਰਪਾ ਨਾਲ ਮਨੁੱਖ ਇਹਨਾਂ ਵਿਕਾਰਾਂ ਤੋਂ ਬਚਦਾ ਹੈ। ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ, ਵਿਰਾਵਤ ਬਾਰੋ ਬਾਰਾ। ਪੂਰੇ ਗੁਰੂ ਤੋਂ ਬਿਨਾ ਇਹ ਜਨਮ ਮਰਨ ਖਤਮ ਨਹੀਂ ਹੁੰਦਾ ਤੇ ਮਨੁੱਖ ਵਾਰ-ਵਾਰ ਫਿਰ ਜੰਮੀ ਜਾਂਦਾ, ਮਰੀ ਜਾਂਦਾ, ਆਉਂਦਾ ਤੇ ਜਾਂਦਾ ਰਹਿੰਦਾ ਹੈ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਮਹਾਰਾਜ, ਉਹ ਜੋ ਭਰਮ ਭੁਲਾਵਾ ਕਹੀਅਤ ਤਿਨ ਮੈਂ ਉਰਜੋ ਸਗਲ ਸੰਸਾਰਾ। ਇਹ ਜਿਹੜਾ ਮਾਇਆ ਦੇ ਮੋਹ ਦਾ ਭਰਮ ਪਿਆ ਹੋਇਆ ਹੈ, ਭੁਲੇਖਾ ਪਿਆ ਹੋਇਆ ਹੈ, ਸਾਰਾ ਸੰਸਾਰ ਹੀ ਇਹਦੇ ਵਿੱਚ ਉਲਝਿਆ ਹੋਇਆ ਹੈ। ਕੇਵਲ ਮਨੁੱਖ ਹੀ ਨਹੀਂ, ਮਹਾਰਾਜ ਕਹਿੰਦੇ ਮਾਇਆ ਅੰਤਰ ਭੀਨੇ ਦੇਵ ਸਾਗਰ ਇੰਦਰਾ ਅਰ ਤਰ ਤੇਵ। ਮਾਇਆ ਐਸੀ ਮੋਹਣੀ ਭਾਈ ਜੇਤੇ ਜੀ ਤੇਤੇ ਡਕਾਈ। ਸਾਰੇ ਦੇਵੀ ਦੇਵਤੇ ਸਮੁੰਦਰ ਧਰਤੀ, ਮਹਾਰਾਜ ਕਹਿੰਦੇ ਜਿੰਨੇ ਜੀਵ ਜੰਤੂ ਹਨ ਸਾਰਿਆਂ ਦੇ ਉੱਪਰ ਮਾਇਆ ਨੇ ਆਪਣੇ ਮੋਹ ਦਾ ਪਰਦਾ ਪਾਇਆ ਹੋਇਆ ਹੈ। ਸਾਰਾ ਸੰਸਾਰ ਹੀ ਉਹਦੇ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ। ਪੂਰਨ ਭਗਤ ਪੁਰਖ ਸੁਆਮੀ ਕਾ ਸਰਬ ਥੋਗ ਤੇ ਨਿਆਰਾ। ਜੋ ਵਾਹਿਗੁਰੂ ਦਾ ਭਗਤ ਹੈ, ਪੂਰਨ ਬੰਦਗੀ ਕਰਨ ਵਾਲਾ, ਨਾਮ ਜਪਣ ਵਾਲਾ, ਉਹ ਦੁਨੀਆ ਦੇ ਸਭ ਤਰ੍ਹਾਂ ਦੇ ਪਦਾਰਥਾਂ ਤੋਂ, ਸਭ ਤਰ੍ਹਾਂ ਤੋਂ ਨਿਆਰਾ ਰਹਿੰਦਾ ਹੈ। ਉਹ ਭਾਵ ਇਹਦੇ ਮੋਹ ਵਿੱਚ ਨਹੀਂ ਫਸਦਾ। ਰਹਿੰਦਾ ਤਾਂ ਸੰਸਾਰ ਦੇ ਵਿੱਚ ਹੀ ਹੈ, ਪਦਾਰਥ ਵਿੱਚ ਹੀ ਹੈ, ਪਰ ਸੰਸਾਰ ਤੋਂ ਨਿਰਲੇਪ ਹੁੰਦਾ। ਨਿੰਦੋ ਨਾਹੀ ਕਾਹੂ ਬਾਤੈ ਇਹ ਖਸਮ ਕਾ ਕੀਆ। ਮਹਾਰਾਜ ਕਹਿੰਦੇ ਸੰਸਾਰ ਦੀ ਕਿਸੇ ਵੀ ਵਸਤੂ ਦੀ ਨਿੰਦਿਆ ਨਾ ਕਰੋ, ਕਿਉਂਕਿ ਸਾਰਾ ਕੁਝ ਵਾਹਿਗੁਰੂ ਨੇ ਬਣਾਇਆ ਹੈ। ਜਾਂ ਕੋ ਕਿਰਪਾ ਕਰੀ ਪ੍ਰਭ ਮੇਰੇ, ਮਿਲ ਸਾਧ ਸੰਗਤ ਨਾਉ ਲੀਆ। ਜਿਹਦੇ ਤੇ ਮੇਰਾ ਵਾਹਿਗੁਰੂ ਕਿਰਪਾ ਕਰਦਾ ਹੈ, ਗੁਰੂ ਦੀ ਸੰਗਤ ਵਿੱਚ ਮਿਲ ਕੇ ਉਹ ਵਾਹਿਗੁਰੂ ਦਾ ਨਾਮ ਜਪਦਾ ਹੈ, ਸਿਮਰਨ ਕਰਦਾ ਹੈ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਸਭਨਾ ਕਰਤ ਉਧਾਰਾ। ਦੁਨੀਆ ਤੇ ਵਾਹਿਗੁਰੂ ਨੂੰ ਜੇ ਪ੍ਰਤੱਖ ਮਿਲਣਾ ਹੋਵੇ ਤਾਂ ਉਹ ਸਤਿਗੁਰੂ ਦੇ ਰੂਪ ਦੇ ਵਿੱਚ ਪ੍ਰਤੱਖ ਹੋ ਕੇ ਵਰਤ ਰਿਹਾ ਹੈ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਸਭਨਾ ਕਰਤ ਉਧਾਰਾ। ਸਾਰਿਆਂ ਦਾ ਉਧਾਰ ਕਰਦੇ ਹਨ ਸਤਿਗੁਰੂ ਜੀ, ਜੋ ਪਰਮੇਸ਼ਵਰ ਦਾ ਸਰੂਪ ਹਨ। ਕਹੋ ਨਾਨਕ ਗੁਰ ਬਿਨ ਨਹੀਂ ਤਰੀਐ, ਪੂਰਨ ਤਤ ਵਿਚਾਰਾ। ਮਹਾਰਾਜ ਕਹਿੰਦੇ ਪੂਰਨ ਤਤ ਦੀ ਗੱਲ ਸੁਣ ਲਵੋ। ਗੁਰੂ ਤੋਂ ਬਿਨਾ ਜੀਵ ਇਸ ਭਵਜਲ ਨੂੰ ਨਹੀਂ ਤਰ ਸਕਦਾ, ਵਿਕਾਰਾਂ ਤੋਂ ਮੁਕਤ ਨਹੀਂ ਹੋ ਸਕਦਾ। ਕੇਵਲ ਗੁਰੂ ਐਸੀ ਹਸਤੀ ਹੈ ਜੋ ਪਰਮੇਸ਼ਵਰ ਦਾ ਸਾਖਿਆਤ ਰੂਪ ਹੈ ਔਰ ਜੋ ਸਾਨੂੰ ਵਿਕਾਰਾਂ ਤੋਂ ਬਚਾ ਸਕਦੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਗੁਰੂ ਦੇ ਚਰਨਾਂ ਨਾਲ ਜੁੜੋ। ਗੁਰੂ ਤੋਂ ਬਿਨਾ ਕੋਈ ਵੀ ਮਨੁੱਖ ਤਰ ਨਹੀਂ ਸਕਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਹਿਰਾਮਤ ਕਰਨ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ, ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ, ਤਾਂ ਜੋ ਸਾਡਾ ਪੜ੍ਹਿਆ ਸੁਣਿਆ ਹੋਇਆ ਇਹ ਲੇਖੇ ਵਿੱਚ ਲੱਗ ਜਾਵੇ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।